ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਅਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਕੈਨੇਡਾ ਦਾ ਵੀਕਲੀ ਬੁਲੇਟਿਨ, ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਸ ਹਫਤੇ ਦੀਆਂ ਖਾਸ ਖਬਰਾਂ ਦੀ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਹਫਤੇ ਦੀਆਂ ਚੋਣਵੀਆਂ ਖਬਰਾਂ ਤੇ। ਅੰਟਾਰੀਓ 'ਚ ਹੋਇਆ ਪਾਬੰਦੀਆਂ ਦਾ ਐਲਾਨ, ਵਧੇ ਕਰੋਨਾ ਵਾਇਰਸ ਦੇ ਮਾਮਲੇ। ਹਥਿਆਰਾਂ ਦੇ ਮਾਮਲੇ ਵਿੱਚ 17 ਪੰਜਾਬੀ ਚਾਰਜ, 8 ਹਥਿਆਰ ਵੀ ਕੀਤੇ ਬਰਾਮਦ। ਸਨਵਿੰਗ 에ਅਰਲਾਈਨਸ ਦਾ ਮਾਮਲਾ ਰਿਹਾ ਚਰਚਾ ਵਿੱਚ, ਪਰਤੇ 27 ਲੋਕਾਂ ਨੂੰ ਰੋਕਿਆ ਏਅਰਪੋਰਟ ਤੇ। ਇਮੀਗ੍ਰੇਸ਼ਨ ਵਿਭਾਗ ਦਾ ਖੁਲਾਸਾ, 18 ਲੱਖ ਤੋਂ ਵੱਧ ਫਾਈਲਾਂ ਦਾ ਬੈਕਲੌਗ। ਅਤੇ ਸਰੀ 'ਚ ਹੋਈ ਭਾਰੀ ਬਰਫ਼ਬਾਰੀ, BC ਦੇ ਹੋਰ ਇਲਾਕਿਆਂ ਵਿੱਚ ਵੀ ਵਿਗੜਿਆ ਮੌਸਮ। ਸੋ ਇਹ ਸਨ ਇਸ ਹਫਤੇ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਕਰਦੇ ਹਾਂ ਵਿਸਥਾਰ ਨਾਲ। ਇਸ ਹਫਤੇ ਦੀ ਸ਼ੁਰੂਆਤ ਵਿੱਚ ਹੀ ਅੰਟਾਰੀਓ ਵਿੱਚ ਕਈ ਪਾਬੰਦੀਆਂ ਲੱਗ ਗਈਆਂ ਸਨ, ਕਿਉਂਕਿ ਕਰੋਨਾ ਵਾਇਰਸ ਦੇ ਮਾਮਲੇ ਉੱਥੇ ਲਗਾਤਾਰ ਵੱਧ ਰਹੇ ਸਨ, ਜਿਸ ਕਰਕੇ ਸਰਕਾਰ ਨੂੰ ਇਹ ਕਦਮ ਚੁੱਕਣੇ ਪਏ, ਕਿਉਂਕਿ ਹਾਲੇ ਵੀ ਉੱਥੇ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆ ਰਹੇ ਨੇ। ਸੋ ਇੱਕ ਵਾਰ ਦੇਖ ਲੈਂਦੇ ਹਾਂ ਕਿ ਇਸ ਹਫਤੇ ਦੀ ਸ਼ੁਰੂਆਤ ਵਿੱਚ ਕਿਸ ਤਰੀਕੇ ਨਾਲ ਅੰਟਾਰੀਓ ਸਰਕਾਰ ਨੇ ਕਿਹੜੀਆਂ ਪਾਬੰਦੀਆਂ ਲਾਈਆਂ। ਕਰੋਨਾ ਵਾਇਰਸ ਤੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਅੰਟਾਰੀਓ ਵੱਲੋਂ ਕੁਝ ਸਖਤ ਕਦਮ ਚੁੱਕੇ ਗਏ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਸਕੂਲ 5 ਜਨਵਰੀ ਤੋਂ ਖੁੱਲ੍ਹਣੇ ਸਨ, ਪਰ ਹੁਣ ਸਕੂਲਾਂ ਦੀ ਪੜ੍ਹਾਈ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਫਿਲਹਾਲ ਇਹ ਫੈਸਲਾ 17 ਜਨਵਰੀ ਤੱਕ ਲਾਗੂ ਰਹੇਗਾ ਅਤੇ ਇਸ ਤੋਂ ਅੱਗੇ ਸੂਬਾ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਜਾਵੇਗਾ। ਹਾਲਾਂਕਿ ਚਾਈਲਡ ਕੇਅਰ ਆਪਰੇਸ਼ਨ ਅਤੇ ਸਪੈਸ਼ਲ ਨੀਡਸ ਵਾਲੇ ਸਟੂਡੈਂਟਸ ਲਈ ਸਕੂਲ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਕਾਰੋਬਾਰਾਂ ਲਈ ਕੁਝ ਅਲੱਗ ਐਲਾਨ ਕੀਤੇ ਗਏ ਨੇ। ਇਹ ਐਲਾਨ 5 ਜਨਵਰੀ ਤੋਂ ਲਾਗੂ ਹੋਣਗੇ ਅਤੇ 26 ਜਨਵਰੀ ਤੱਕ ਲਾਗੂ ਰਹਿਣਗੇ। ਇਸ ਤੋਂ ਅੱਗੇ ਫਿਰ ਅਗਲਾ ਰੋਡ ਮੈਪ ਸਰਕਾਰ ਵੱਲੋਂ ਹਾਲਾਤਾਂ ਨੂੰ ਦੇਖਦਿਆਂ ਹੋਇਆ ਐਲਾਨਿਆ ਜਾਵੇਗਾ। ਸਰਕਾਰ ਵੱਲੋਂ ਜਿਮ ਬੰਦ ਕਰ ਦਿੱਤੇ ਗਏ ਨੇ ਅਤੇ ਰੈਸਟੋਰੈਂਟ ਵਿੱਚ ਡਾਈਨਿੰਗ ਵੀ ਬੰਦ ਕਰ ਦਿੱਤੀ ਗਈ ਹੈ, ਜਦਕਿ ਇਸ ਦੇ ਨਾਲ ਹੀ ਆਊਟਡੋਰ ਡਾਈਨਿੰਗ ਲਈ ਵੀ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। ਸਰਕਾਰ ਵੱਲੋਂ ਰਿਟੇਲ ਸਟੋਰ ਅਤੇ ਪਬਲਿਕ ਲਾਇਬ੍ਰੇਰੀ ਦੀ ਕਪੈਸਿਟੀ ਵੀ ਘਟਾ ਕੇ 50% ਤੱਕ ਕਰ ਦਿੱਤੀ ਗਈ ਹੈ, ਜਦਕਿ ਇਨਡੋਰ ਗੈਦਰਿੰਗ ਲਈ ਹੁਣ 5 ਵਿਅਕਤੀ ਅਤੇ ਆਊਟਡੋਰ ਗੈਦਰਿੰਗ ਲਈ 10 ਵਿਅਕਤੀਆਂ ਦੀ ਇਜਾਜ਼ਤ ਦਿੱਤੀ ਗਈ ਹੈ। ਵਿਆਹ ਸਮਾਗਮਾਂ ਲਈ ਵੀ ਹੁਣ 50% ਦੀ ਕਪੈਸਿਟੀ ਲਾਗੂ ਕਰ ਦਿੱਤੀ ਗਈ ਹੈ, ਜਦਕਿ ਫਿਊਨਰਲ ਸਰਵਿਸ ਉੱਤੇ ਵੀ 50% ਦੀ ਕਪੈਸਿਟੀ ਹੀ ਰਹੇਗੀ। ਇਸ ਦੇ ਨਾਲ ਹੀ ਜੇਕਰ ਸਮਾਗਮ ਆਊਟਡੋਰ ਹੋ ਰਿਹਾ ਤਾਂ ਉਸ ਦੇ ਵਿੱਚ ਉਨੇ ਹੀ ਵਿਅਕਤੀ ਸ਼ਾਮਲ ਹੋ ਸਕਣਗੇ ਜਿੰਨੇ 2 ਮੀਟਰ ਦੀ ਦੂਰੀ ਬਣਾ ਕੇ ਖੜ ਸਕਣਗੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਥੀਏਟਰ, ਸਿਨੇਮਾ, ਕਨਸਰਟ ਹਾਲ, ਮਿਊਜ਼ੀਅਮ, ਗੈਲਰੀ, ਚਿੜੀਆਘਰ, ਸਾਇੰਸ ਥੀਏਟਰ, ਹਿਸਟੋਰਿਕ ਸਾਈਟ, ਵਾਟਰ ਪਾਰਕ, ਫੈਸਟੀਵਲ, ਇੰਡੋਰ ਹਾਰਸ ਟਰੈਕਸ ਅਤੇ ਕਾਰ ਰੇਸਿੰਗ ਟਰੈਕਸ ਤੇ ਹੋਰ ਸਿਮਿਲਰ ਵੈਨਿਊ ਵੀ ਬੰਦ ਕਰ ਦਿੱਤੇ ਗਏ ਨੇ। ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਜਿੱਥੇ ਹੋ ਸਕਦਾ ਉੱਥੇ ਵੱਧ ਤੋਂ ਵੱਧ ਲੋਕ ਆਪਣੇ ਘਰ ਤੋਂ ਕੰਮ ਕਰਨ, ਭਾਵ ਕਿ ਵਰਕ ਫਰੋਮ ਹੋਮ ਦੀ ਸਲਾਹ ਦਿੱਤੀ ਗਈ ਹੈ। ਇਹ ਸਾਰੀਆਂ ਹਦਾਇਤਾਂ 26 ਜਨਵਰੀ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਅਗਲਾ ਰੋਡ ਮੈਪ ਐਲਾਨਿਆ ਜਾਵੇਗਾ। ਉੱਥੇ ਹੀ ਇਸੇ ਹਫ਼ਤੇ ਅੰਟਾਰੀਓ ਤੋਂ ਇੱਕ ਹੋਰ ਵੱਡੀ ਖਬਰ ਆਈ, ਜਿੱਥੇ 17 ਪੰਜਾਬੀਆਂ ਨੂੰ ਚਾਰਜ ਕੀਤਾ ਗਿਆ। ਜਾਣਕਾਰੀ ਮਿਲੀ ਸੀ ਕਿ 1 ਜਨਵਰੀ ਦੀ ਸ਼ਾਮ ਨੂੰ ਇੱਕ ਪ੍ਰਾਈਵੇਟ ਪ੍ਰਾਪਰਟੀ ਜੋ ਕਿ ਅੰਟਾਰੀਓ ਦੇ ਇੱਕ ਪੇਂਡੂ ਖੇਤਰ 'ਚ ਪੈਂਦੀ ਸੀ, ਉੱਥੋਂ ਗੋਲੀਆਂ ਚੱਲਣ ਦੀ ਆਵਾਜ਼ ਆਈ ਸੀ, ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤਾਂ ਉੱਥੇ ਕੁਝ ਪੰਜਾਬੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਔਰ ਇਸ ਮਾਮਲੇ 'ਚ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ। ਕੈਨੇਡਾ ਦੇ ਅੰਟਾਰੀਓ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 17 ਪੰਜਾਬੀਆਂ ਨੂੰ ਹਥਿਆਰਾਂ ਨਾਲ ਸੰਬੰਧਿਤ ਅਪਰਾਧ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ। ਇਸ ਮਾਮਲੇ ਵਿੱਚ ਜਿੱਥੇ ਪੁਲਿਸ ਵੱਲੋਂ 17 ਪੰਜਾਬੀਆਂ ਨੂੰ ਚਾਰਜ ਕੀਤਾ ਗਿਆ, ਉੱਥੇ ਹੀ ਉਹਨਾਂ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ ਨੇ ਅਤੇ ਇਸ ਮਾਮਲੇ ਵਿੱਚ 17 ਜਾਣਿਆਂ ਤੇ ਕੁੱਲ 28 ਚਾਰਜ ਲਾਏ ਗਏ ਨੇ, ਜਦਕਿ ਇਸ ਸੰਬੰਧੀ ਪੁਲਿਸ ਹੱਲੇ ਇੱਕ ਹੋਰ ਵਿਅਕਤੀ ਦੀ ਭਾਲ ਵੀ ਕਰ ਰਹੀ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਮਲਾ 1 ਜਨਵਰੀ ਦੀ ਸ਼ਾਮ ਦਾ ਹੈ, ਜਦੋਂ ਇੱਕ ਰੂਰਲ ਪ੍ਰਾਪਰਟੀ ਵਿੱਚੋਂ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਗਈ। ਜਿਸ ਪ੍ਰਾਪਰਟੀ 'ਚੋਂ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਸੀ ਉਹ ਮਲੈਂਥਨ ਟਾਊਨਸ਼ਿਪ ਵਿੱਚ ਸਥਿਤ ਹੈ, ਜੋ ਕਿ ਅੰਟਾਰੀਓ ਦਾ ਇੱਕ ਰੂਰਲ ਇਲਾਕਾ ਹੈ। ਉਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਉੱਥੋਂ 8 ਹਥਿਆਰ ਬਰਾਮਦ ਕੀਤੇ ਅਤੇ 17 ਜਾਣਿਆਂ ਉੱਤੇ ਕਾਰਵਾਈ ਕੀਤੀ, ਜਿਨ੍ਹਾਂ ਦੀ ਉਮਰ 22 ਤੋਂ ਲੈ ਕੇ 49 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਚਾਰਜ ਕੀਤਾ ਗਿਆ ਸਾਰੇ ਹੀ ਪੰਜਾਬੀ ਦੱਸੇ ਜਾ ਰਹੇ ਨੇ, ਜੋ ਕਿ ਬਹੁਤੇ ਅੰਟਾਰੀਓ ਨਾਲ ਸੰਬੰਧਿਤ ਨੇ। ਇਹ ਵਿਅਕਤੀ ਬਰੈਂਪਟਨ, ਕੈਂਬਰਿਜ, ਅਲਬਰਟਾ ਦੇ ਕੈਲਗਰੀ ਅਤੇ ਇਸ ਦੇ ਨਾਲ ਹੀ ਕਿਊਬਕ ਦੇ ਸ਼ਹਿਰ ਮੌਂਟਰੀਅਲ ਨਾਲ ਸੰਬੰਧਿਤ ਨੇ। ਇਸ ਦੇ ਨਾਲ ਹੀ ਅੰਟਾਰੀਓ ਦੇ ਸ਼ਹਿਰ ਲੰਡਨ ਤੋਂ ਵੀ ਇੱਕ 23 ਸਾਲ ਦੇ ਵਿਅਕਤੀ ਨੂੰ ਚਾਰਜ ਕੀਤਾ ਗਿਆ। ਟੋਰਾਂਟੋ 'ਚ ਇਸੇ ਸਾਲ ਸ਼ੁਰੂਆਤ ਵਿੱਚ ਹੀ 5 ਕਤਲ ਹੋ ਗਏ ਨੇ। ਇਸ ਦੀ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ ਔਰ ਨਾਲ ਇਹ ਵੀ ਦੱਸਿਆ ਕਿ ਇਹ 5 ਕਤਲ ਕਿੱਥੇ ਹੋਏ ਨੇ। ਹਾਲਾਂਕਿ ਪਿਛਲੇ ਸਾਲ 2021 ਵਿੱਚ 13 ਤਰੀਕ ਤੱਕ ਕੋਈ ਕਤਲ ਨਹੀਂ ਹੋਇਆ ਸੀ, ਪਰ ਐਤਕੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ
4 ਤਰੀਕ ਤੱਕ ਹੀ ਜਿਹੜੇ ਸੀ ਉਹ 5 ਕਤਲ ਹੋ ਗਏ ਸੀ। ਟੋਰਾਂਟੋ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਹੀ ਕਤਲ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਨਵਾਂ ਸਾਲ ਚੜ੍ਹਨ ਨੂੰ ਹੱਲੇ 4 ਦਿਨ ਹੋਏ ਨੇ, ਜਦਕਿ ਪੁਲਿਸ ਇਸ ਵਕਤ ਟੋਰਾਂਟੋ ਵਿੱਚ 5ਵੇਂ ਕਤਲ ਦੀ ਜਾਂਚ ਕਰ ਰਹੀ ਹੈ। ਤਾਜ਼ਾ ਮਾਮਲਾ ਬੀਤੀ ਰਾਤ 9:30 ਵਜੇ ਸਾਹਮਣੇ ਆਇਆ, ਜਦੋਂ ਪੁਲਿਸ ਨੂੰ ਇੱਕ ਵਿਅਕਤੀ ਪੈਲਸ ਪੀਅਰ ਇਲਾਕੇ ਵਿੱਚ ਮ੍ਰਿਤਕ ਮਿਲਿਆ। ਮ੍ਰਿਤਕ ਦੀ ਉਮਰ 39 ਸਾਲ ਦੱਸੀ ਜਾ ਰਹੀ ਹੈ, ਜੋ ਕਿ ਮੌਕੇ ਤੇ ਹੀ ਮਾਰਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਤੋਂ ਮਹਿਜ਼ 1 ਘੰਟਾ ਪਹਿਲਾਂ ਇੱਕ ਕਾਲ ਆਈ ਸੀ, ਜਿਸ ਵਿੱਚ ਸਾਊਥਰਨ ਇਟੋਬੀਕੋ ਵਿੱਚ ਸ਼ੂਟਿੰਗ ਦੀ ਖਬਰ ਸਾਹਮਣੇ ਆਈ ਸੀ। ਇੱਥੇ ਟ੍ਰਿਪਲ ਸ਼ੂਟਿੰਗ ਹੋਈ, ਜਿੱਥੇ 2 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਸੋਮਵਾਰ ਸ਼ਾਮ ਨੂੰ 7:51 ਤੇ ਵੀ ਇੱਕ ਮਾਮਲਾ ਸਾਹਮਣੇ ਆਇਆ, ਜਦੋਂ ਪੁਲਿਸ ਨੂੰ ਕਲਿੰਟਨ ਤੇ ਕਾਲਜ ਸਟਰੀਟ ਤੇ ਬੁਲਾਇਆ ਗਿਆ, ਜਿੱਥੇ 30 ਸਾਲਾਂ ਦੀ ਇੱਕ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜੋ ਕਿ ਬੁਰੇ ਤਰੀਕੇ ਨਾਲ ਜ਼ਖਮੀ ਸੀ, ਪਰ ਹਸਪਤਾਲ ਜਾਂਦਿਆਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਵਿੱਚ ਇੱਕ 30 ਸਾਲ ਦੇ ਹੀ ਵਿਅਕਤੀ ਨੂੰ ਚਾਰਜ ਕਰ ਲਿਆ ਗਿਆ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਟੋਰਾਂਟੋ 'ਚ ਇਸ ਸਾਲ ਕਤਲ ਦਾ ਪਹਿਲਾ ਮਾਮਲਾ 2 ਜਨਵਰੀ ਨੂੰ ਸਾਹਮਣੇ ਆਇਆ ਸੀ, ਜਦੋਂ 401 ਹਾਈਵੇ ਉੱਤੇ ਇੱਕ 37 ਸਾਲ ਦੇ ਵਿਅਕਤੀ ਦੀ ਮੌਤ ਹੋਈ ਸੀ, ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਪੁਲਿਸ ਵੱਲੋਂ ਇਹਨਾਂ ਸਾਰੇ ਹੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ 2021 ਦੇ ਵਿੱਚ ਕਤਲ ਦਾ ਪਹਿਲਾ ਮਾਮਲਾ ਟੋਰਾਂਟੋ ਵਿੱਚ 13 ਜਨਵਰੀ ਨੂੰ ਸਾਹਮਣੇ ਆਇਆ ਸੀ, ਜਦਕਿ ਇਸ ਵਾਰ 4 ਜਨਵਰੀ ਤੱਕ ਹੀ 5 ਕਤਲ ਹੋ ਚੁੱਕੇ ਨੇ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਆ ਰਹੇ ਨੇ ਤੇ ਇਸ ਹਫ਼ਤੇ ਅਮਰੀਕਾ 'ਚ ਇੱਕ ਰਿਕਾਰਡ ਟੁੱਟਾ, ਜਿੱਥੇ ਇੱਕ ਦਿਨ ਦੇ ਵਿੱਚ 1 ਮਿਲੀਅਨ ਮਾਮਲੇ ਜਿਹੜੇ ਸੀ ਉਹ ਸਾਹਮਣੇ ਆਏ। ਔਰ ਅਮਰੀਕਾ ਵਿੱਚ ਇਸ ਵਕਤ ਓਮੀਕਰੋਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ, ਜਿੱਥੇ 90% ਮਾਮਲੇ ਇਸ ਵਕਤ ਓਮੀਕਰੋਨ ਨਾਲ ਸੰਬੰਧਿਤ ਆ ਰਹੇ ਨੇ ਤੇ 98,000 ਤੋਂ ਵੱਧ ਜਿਹੜੇ ਵਿਅਕਤੀ ਇਸ ਵਕਤ ਹਸਪਤਾਲਾਂ 'ਚ ਦਾਖਲ ਨੇ। ਅਮਰੀਕਾ ਵਿੱਚ ਓਮੀਕਰੋਨ ਦੇ ਕਾਰਨ ਕੋਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ ਅਤੇ ਇਹ ਗਿਣਤੀ ਇਸ ਵਕਤ ਅਸਮਾਨ ਨੂੰ ਛੂਹ ਰਹੀ ਹੈ। ਇਸ ਮਾਮਲੇ ਵਿੱਚ ਅਮਰੀਕਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਤੇ ਸੋਮਵਾਰ 3 ਜਨਵਰੀ ਨੂੰ ਅਮਰੀਕਾ ਵਿੱਚ 1 ਮਿਲੀਅਨ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਜੌਨਸ ਹੌਪਕਿੰਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਅੰਕੜੇ ਦੇ ਅਨੁਸਾਰ 3 ਜਨਵਰੀ ਦਿਨ ਸੋਮਵਾਰ ਨੂੰ ਅਮਰੀਕਾ ਵਿੱਚ 10,82,549 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਜੋ ਕਿ ਇੱਕ ਦਿਨ ਦੇ ਵਿੱਚ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਨੇ। ਅਮਰੀਕਾ ਵਿੱਚ ਇਸ ਵਕਤ 95% ਕੋਰੋਨਾ ਵਾਇਰਸ ਦੇ ਕੇਸ ਓਮੀਕਰੋਨ ਤੋਂ ਪ੍ਰਭਾਵਿਤ ਨੇ। ਮਾਹਰਾਂ ਦਾ ਮੰਨਣਾ ਹੈ ਕਿ ਬੀਤੇ ਕੁਝ ਹੀ ਦਿਨਾਂ ਵਿੱਚ ਓਮੀਕਰੋਨ 900 ਗੁਣਾ ਵੱਧ ਫੈਲਿਆ, ਜਿਸ ਕਾਰਨ ਇਹ ਮਾਮਲੇ ਲਗਭਗ ਦੁੱਗਣੇ ਤੋਂ ਵੀ ਵੱਧ ਗਏ ਨੇ। ਅਮਰੀਕਾ ਵਿੱਚ ਇਸ ਵਕਤ 98,000 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਦਾਖਲ ਨੇ। ਹਾਲਾਂਕਿ ਜਿਸ ਤਰੀਕੇ ਨਾਲ ਜਿੰਨੀ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ, ਉਸ ਦੇ ਨਾਲ ਜੇਕਰ ਫੀਸਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹਸਪਤਾਲਾਂ ਵਿੱਚ ਲੋਕਾਂ ਦੀ ਗਿਣਤੀ ਘੱਟ ਹੈ, ਪਰ ਫਿਰ ਵੀ ਇਸ ਵਕਤ ਹਸਪਤਾਲਾਂ 'ਚ ਲੋਕ 98,000 ਦੇ ਆਸ-ਪਾਸ ਸ਼ਾਮਲ ਨੇ। ਹਾਲਾਂਕਿ ਇਸੇ ਦੌਰਾਨ ਇਹ ਵੀ ਸਾਂਝਾ ਕੀਤਾ ਗਿਆ ਕਿ ਜਿਸ ਵਕਤ ਡੈਲਟਾ ਵੇਰੀਐਂਟ ਪੀਕ ਤੇ ਸੀ, ਉਸ ਦੌਰਾਨ ਅਮਰੀਕਾ ਵਿੱਚ 1,03,000 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਦਾਖਲ ਸਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਾਲ ਰੋਜ਼ਾਨਾ 1200 ਲੋਕਾਂ ਦੀ ਮੌਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ 8,27,000 ਤੋਂ ਵੱਧ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਪਹਿਲਾਂ ਵੀ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਆਤੰਕ ਮਚਾਇਆ ਸੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ ਸਨ, ਜੋ ਸਿਲਸਿਲਾ ਹਾਲੇ ਤੱਕ ਵੀ ਜਾਰੀ ਹੈ। ਇਸੇ ਦੌਰਾਨ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੀ ਬਿਆਨ ਆਇਆ ਕਿ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗੀ ਹੋਈ ਹੈ ਉਹ ਹਾਲੇ ਵੀ ਸੁਰੱਖਿਅਤ ਨੇ ਅਤੇ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਲੋਕਾਂ ਨੂੰ ਚੁਕੰਨੇ ਰਹਿਣ ਲਈ ਕਿਹਾ ਗਿਆ, ਕਿਉਂਕਿ ਉਹ ਵੱਧ ਖਤਰੇ ਵਿੱਚ ਨੇ। ਜ਼ਿਕਰਯੋਗ ਹੈ ਕਿ ਹੁਣ ਤੱਕ 56.2 ਮਿਲੀਅਨ ਕੇਸ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆ ਚੁੱਕੇ ਨੇ ਅਤੇ 8,27,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਫ਼ਤੇ ਸਨਵਿੰਗ 에ਅਰਲਾਈਨਸ ਦੀ ਇੱਕ ਵੀਡੀਓ ਜਿਹੜੀ ਸੀ ਬਹੁਤ ਚਰਚਾ ਵਿੱਚ ਰਹੀ, ਜਿਸ ਦੇ ਵਿੱਚ ਕੁਝ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਅਤੇ ਸ਼ਰੇਆਮ ਮਾਸਕ ਲਾ ਕੇ ਵੇਪਿੰਗ ਕਰ ਰਹੇ ਨੇ, ਸ਼ਰਾਬ ਪੀ ਰਹੇ ਨੇ, ਨੱਚ ਰਹੇ ਨੇ ਅਤੇ ਇੱਕ ਫਲਾਈਟ ਦੇ ਵਿੱਚ ਪਾਰਟੀ ਕਰ ਰਹੇ ਨੇ, ਜਿਸ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਔਰ ਕਿਊਬਕ ਦੇ ਪ੍ਰੀਮੀਅਰ ਅਤੇ ਸੇਫਟੀ ਮਿਨਿਸਟਰ ਤੋਂ ਲੈ ਕੇ ਹੋਰ ਕਈ ਮੰਤਰੀਆਂ ਨੇ, ਸਿਹਤ ਮੰਤਰੀ ਤੱਕ ਜਿਹੜੇ ਬਿਆਨ ਦਿੱਤੇ। ਸੋ ਇੱਕ ਵਾਰ ਦੇਖ ਲੈਂਦੇ ਆ ਮਾਮਲਾ ਕੀ ਸੀਗਾ ਤੇ ਜਸਟਿਨ ਟਰੂਡੋ ਨੇ ਇਹਦੇ ਬਾਰੇ ਕੀ ਕਿਹਾ। ਕੈਨੇਡਾ ਦੀ ਸਨਵਿੰਗ 에ਅਰਲਾਈਨਸ ਦਾ ਮਾਮਲਾ ਇਸ ਵਕਤ ਕਾਫੀ ਭਖ ਗਿਆ। ਇਸ 에ਅਰਲਾਈਨਸ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਲੋਕ ਬਿਨਾਂ ਮਾਸਕ ਤੋਂ ਪਾਰਟੀ ਕਰਦੇ ਨਜ਼ਰ ਆ ਰਹੇ ਨੇ। ਉਹ ਸ਼ਰਾਬ ਵੀ ਪੀਂਦੇ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਉਹ ਵੇਪਿੰਗ ਵੀ ਕਰ ਰਹੇ ਨੇ, ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਅੱਜ ਸਖਤ ਬਿਆਨ ਦਿੱਤਾ ਸੀ। ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਸਖਤ ਨਿਰਾਸ਼ਾ ਹੋਈ ਹੈ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੀਡੀਓ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਥੱਪੜ ਵਾਂਗ ਹੈ ਜੋ ਹੁਣ ਤੱਕ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਮੰਨਦੇ ਆਏ ਨੇ।
ਇਸ ਦੌਰਾਨ ਕੈਨੇਡਾ ਦੇ ਟਰਾਂਸਪੋਰਟ ਵਿਭਾਗ ਵੱਲੋਂ ਵੀ ਕਿਹਾ ਗਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਟਰਾਂਸਪੋਰਟ ਕੈਨੇਡਾ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਇੱਕ ਅਫੈਂਸ ਦਾ $5000 ਜੁਰਮਾਨਾ ਹੋ ਸਕਦਾ ਹੈ। ਉਧਰ ਸਨਵਿੰਗ 에ਅਰਲਾਈਨਸ ਨੇ ਕਿਹਾ ਕਿ ਉਹਨਾਂ ਨੇ ਇਸ ਕਿਊਬਕ ਦੇ ਗਰੁੱਪ ਦੀ ਵਾਪਸੀ ਫਲਾਈਟ ਰੱਦ ਕਰ ਦਿੱਤੀ ਹੈ। ਇਹ ਫਲਾਈਟ ਮੌਂਟਰੀਅਲ ਤੋਂ ਮੈਕਸੀਕੋ ਜਾ ਰਹੀ ਸੀ। ਇਸ ਫਲਾਈਟ ਦਾ ਪ੍ਰਬੰਧ ਜੇਮਸ ਵਿਲੀਅਮਸ ਨੇ ਕੀਤਾ ਸੀ ਅਤੇ ਇਹ ਇੱਕ ਚਾਰਟਰਡ ਫਲਾਈਟ ਸੀ। 에ਅਰਲਾਈਨਸ ਵੱਲੋਂ ਕਿਹਾ ਗਿਆ ਕਿ ਇਸ ਗਰੁੱਪ ਵੱਲੋਂ 에ਅਰਲਾਈਨਸ ਦੀਆਂ ਸ਼ਰਤਾਂ ਨਹੀਂ ਮੰਨੀਆਂ ਗਈਆਂ, ਜਿਸ ਕਾਰਨ ਉਹਨਾਂ ਦੀ ਇਹ ਫਲਾਈਟ ਰੱਦ ਕੀਤੀ ਜਾਂਦੀ ਹੈ। ਜਦਕਿ ਜੇਮਸ ਵਿਲੀਅਮਸ ਨੇ ਕਿਹਾ ਕਿ ਅਨਨੋਨ ਰੀਜ਼ਨਸ ਦਾ ਦੱਸ ਕੇ ਇਹ ਫਲਾਈਟ ਕੈਂਸਲ ਕੀਤੀ ਗਈ ਹੈ। ਜੇਮਸ ਵਿਲੀਅਮਸ ਨੇ ਇਸ ਫਲਾਈਟ ਦਾ ਪ੍ਰਬੰਧ ਕੀਤਾ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ 에ਅਰਲਾਈਨਸ ਦੀਆਂ ਸਾਰੀਆਂ ਹੀ ਹਦਾਇਤਾਂ ਮੰਨੀਆਂ ਨੇ। ਇਸ ਦੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ 에ਅਰਲਾਈਨਸ ਤੋਂ ਖਾਣ ਲਈ ਵੀ ਮੰਗਿਆ ਸੀ, ਪਰ 에ਅਰਲਾਈਨਸ ਵੱਲੋਂ ਨਹੀਂ ਦਿੱਤਾ ਗਿਆ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸ਼ਰਾਬ ਵੀਡੀਓ ਵਿੱਚ ਨਜ਼ਰ ਆ ਰਹੀ ਹੈ ਉਹ 에ਅਰਲਾਈਨਸ ਦੇ ਹੀ ਉਹਨਾਂ ਨੂੰ ਵੇਚੀ ਸੀ ਅਤੇ ਉਹਨਾਂ ਨੇ $5 ਦੀ ਇੱਕ ਬੋਤਲ ਖਰੀਦੀ ਸੀ। ਸਨਵਿੰਗ 에ਅਰਲਾਈਨਸ ਦੀ ਚਾਰਟਰਡ ਫਲਾਈਟ ਦਾ ਮੁੱਦਾ ਕਾਫੀ ਭਾਗਾ ਹੈ ਅਤੇ ਇਸ ਗਰੁੱਪ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਊਬਕ ਤੇ ਕਈ ਸੋਸ਼ਲ ਮੀਡੀਆ ਸਟਾਰ ਅਤੇ ਕਈ ਟੀਵੀ ਸਟਾਰ ਵੀ ਸ਼ਾਮਲ ਸਨ। ਹਾਲਾਂਕਿ ਇਹਨਾਂ ਵੀਡੀਓਜ਼ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਇਹ ਵੀਡੀਓ ਕਾਫੀ ਮੀਡੀਆ ਅਦਾਰਿਆਂ ਨੇ ਚੱਕ ਲਈਆਂ ਸਨ। ਅੰਟਾਰੀਓ ਤੋਂ ਹੀ ਇੱਕ ਹੋਰ ਖਬਰ ਸਾਹਮਣੇ ਆਈ ਸੀ, ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਸਰਕਾਰੀ ਗਵਾਹ ਬਣੇਗਾ। 2 ਸਾਲ ਪਹਿਲਾਂ ਉਸ ਨੂੰ ਕੈਨੇਡਾ ਅਮਰੀਕਾ ਬਾਰਡਰ ਤੋਂ ਇੱਕ ਨਸ਼ੇ ਦੀ ਖੇਪ ਨਾਲ ਬਰਾਮਦ ਕੀਤਾ ਸੀ, ਜਿਸ ਵਿੱਚ ਉਸ ਕੋਲੋਂ 80 ਕਿਲੋ ਕੋਕੇਨ ਜਿਹੜੀ ਆ ਉਹ ਬਰਾਮਦ ਹੋਈ ਸੀ, ਜਿਸ ਵਿੱਚ ਉਸ ਨੂੰ ਦੋਸ਼ੀ ਵੀ ਐਲਾਨ ਦਿੱਤਾ ਗਿਆ ਅਦਾਲਤ ਵੱਲੋਂ ਤੇ ਉਹ ਹੁਣ ਇਸ ਮਾਮਲੇ 'ਚ ਸਰਕਾਰੀ ਗਵਾਹ ਬਣੇਗਾ, ਜਿਸ ਨਾਲ ਉਸ ਦੀ ਸਜ਼ਾ ਜਿਹੜੀ ਆ ਉਹ ਘਟ ਸਕਦੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇੱਕ ਟਰੱਕ ਡਰਾਈਵਰ ਨੂੰ 2019 ਵਿੱਚ 80 ਕਿਲੋ ਕੋਕੇਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਅਮਰੀਕਾ ਤੋਂ ਕੈਨੇਡਾ 'ਚ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਮਾਮਲੇ ਵਿੱਚ ਇਸ 29 ਸਾਲ ਦੇ ਡਰਾਈਵਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ, ਜਿਸ ਦੀ ਪਛਾਣ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਕਿਊਬਕ ਦਾ ਰਹਿਣ ਵਾਲਾ ਹੈ। ਗੁਰਿੰਦਰ ਸਿੰਘ ਦੀ ਉਮਰ ਇਸ ਵਕਤ 29 ਸਾਲ ਦੀ ਹੋ ਚੁੱਕੀ ਹੈ ਔਰ ਜਦੋਂ ਉਹਨੂੰ ਇਸ ਮਾਮਲੇ ਵਿੱਚ ਫੜਿਆ ਗਿਆ ਸੀ ਤਾਂ ਉਸ ਦੀ ਉਮਰ 27 ਸਾਲ ਦੀ ਸੀ। 30 ਜੁਲਾਈ 2019 ਨੂੰ ਉਸ ਨੂੰ ਅੰਬੈਸਡਰ ਬ੍ਰਿਜ ਤੋਂ ਫੜਿਆ ਗਿਆ ਸੀ, ਜਦੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਆਪਣੇ ਖੋਜੀ ਕੁੱਤਿਆਂ ਦੀ ਮਦਦ ਨਾਲ ਉਸ ਦੇ ਟਰੱਕ ਟ੍ਰੇਲਰ ਵਿੱਚੋਂ 80 ਕਿਲੋ ਕੋਕੇਨ ਬਰਾਮਦ ਕੀਤੀ ਸੀ, ਜੋ ਕਿ 87% ਪਿਓਰ ਦੱਸੀ ਜਾ ਰਹੀ ਹੈ ਅਤੇ ਇਸ ਦੀ ਕੀਮਤ $8.8 ਮਿਲੀਅਨ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਗੁਰਿੰਦਰ ਸਿੰਘ ਨੂੰ ਟ੍ਰਾਇਲ ਤੋਂ ਬਾਅਦ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਅਤੇ ਉਸ ਵੱਲੋਂ ਆਪਣਾ ਗੁਨਾਹ ਕਬੂਲ ਵੀ ਕਰ ਲਿਆ ਗਿਆ ਸੀ, ਪਰ ਹੁਣ ਗੁਰਿੰਦਰ ਸਿੰਘ ਵੱਲੋਂ ਫੈਸਲਾ ਕੀਤਾ ਗਿਆ ਕਿ ਉਹ ਇਸ ਮਾਮਲੇ ਵਿੱਚ ਸਰਕਾਰੀ ਗਵਾਹ ਬਣ ਕੇ ਸਰਕਾਰੀ ਵਕੀਲਾਂ ਦੀ ਮਦਦ ਕਰੇਗਾ, ਜਿਸ ਦੇ ਬਦਲੇ ਉਸ ਦੀ ਸਜ਼ਾ ਘੱਟ ਹੋ ਸਕਦੀ ਹੈ। ਹੁਣ ਗੁਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਉਸ ਨੂੰ ਜੋ ਵੀ ਜਾਣਕਾਰੀ ਹੈ ਉਸ ਸੰਬੰਧੀ ਉਹ ਪੁਲਿਸ ਨੂੰ ਦੱਸੇਗਾ ਜਾਂ ਅਦਾਲਤ ਨੂੰ ਦੱਸੇਗਾ ਤੇ ਇਸ ਦੇ ਦੌਰਾਨ ਹੀ ਇਸ ਜਾਣਕਾਰੀ ਦੇ ਆਧਾਰ ਤੇ ਹੋਰ ਜਿਹੜਾ ਇਸ ਰੈਕਟ ਦਾ ਪਰਦਾਫਾਸ਼ ਕੀਤਾ ਜਾਵੇਗਾ, ਜੋ ਕਿ ਕੈਨੇਡਾ ਵਿੱਚ ਅਮਰੀਕਾ ਤੋਂ ਨਸ਼ਾ ਤਸਕਰੀ ਕਰਦਾ ਹੈ। 30 ਜੁਲਾਈ ਨੂੰ ਗੁਰਿੰਦਰ ਸਿੰਘ ਨੂੰ ਫੜਿਆ ਗਿਆ ਸੀ, ਪਰ ਇਸੇ ਦੌਰਾਨ ਹੀ ਜੁਲਾਈ ਮਹੀਨੇ ਵਿੱਚ 2 ਹੋਰ ਸ਼ਿਪਮੈਂਟ ਕੈਨੇਡਾ ਆਈਆਂ ਸਨ ਕੋਕੇਨ ਦੀਆਂ, ਜਿਸ ਦੀ ਕੀਮਤ $26 ਮਿਲੀਅਨ ਦੱਸੀ ਜਾਂਦੀ ਹੈ, ਜਿਸ ਵਿੱਚ 240 ਕਿਲੋ ਕੋਕੇਨ ਕੈਨੇਡਾ ਵਿੱਚ ਆਈ ਸੀ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਗੁਰਿੰਦਰ ਸਿੰਘ ਨੂੰ 13 ਤੋਂ 15 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਸੀ, ਪਰ ਹੁਣ ਸਰਕਾਰੀ ਗਵਾਹ ਬਣਨ ਦੇ ਨਾਲ ਉਸ ਦੀ ਸਜ਼ਾ ਘਟ ਕੇ 7 ਤੋਂ 8 ਸਾਲ ਤੱਕ ਦੀ ਹੋ ਸਕਦੀ ਹੈ। ਇਸ ਦੌਰਾਨ ਗੁਰਿੰਦਰ ਸਿੰਘ ਦੇ ਵਕੀਲ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਗੁਰਿੰਦਰ ਸਿੰਘ ਦੀ ਜਾਨ ਅਤੇ ਉਸ ਦੇ ਪਰਿਵਾਰ ਨੂੰ ਵੀ ਖਤਰਾ ਹੋ ਸਕਦਾ ਹੈ, ਕਿਉਂਕਿ ਉਹ ਹੁਣ ਉਹਨਾਂ ਲੋਕਾਂ ਦੇ ਖਿਲਾਫ ਖੜ ਗਿਆ ਜੋ ਇਹ ਸਾਰਾ ਕੁਝ ਚਲਾਉਂਦੇ ਨੇ ਅਤੇ ਇਸ ਕੰਮ ਤੋਂ $1 ਮਿਲੀਅਨ ਕਮਾਉਂਦੇ ਨੇ। ਇਸ ਕਰਕੇ ਗੁਰਿੰਦਰ ਸਿੰਘ ਨੂੰ ਖਤਰਾ ਵੀ ਹੋ ਸਕਦਾ ਹੈ। ਇਸ ਦੌਰਾਨ ਗੁਰਿੰਦਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਇਸ ਦੀ ਕੀਮਤ 8.8 ਮਿਲੀਅਨ ਸੀ, ਜਿਹੜੀ ਕੋਕੇਨ ਗੁਰਿੰਦਰ ਸਿੰਘ ਲੈ ਕੇ ਆ ਰਿਹਾ ਸੀ ਅਤੇ ਇਸ ਨੂੰ ਬਾਰਡਰ ਦੇ ਪਾਰ ਪਹੁੰਚਾਉਣ ਬਦਲੇ ਉਸ ਨੂੰ $40,000 ਮਿਲਣੇ ਸਨ। ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਕਰਜ਼ਾ ਲਾਉਣ ਅਤੇ ਵਿਆਹ ਦੇ ਖਰਚੇ ਚੁੱਕਣ ਲਈ ਇੱਕ ਵਾਰ ਇਸ ਦਾ ਹਿੱਸਾ ਬਣਿਆ ਸੀ, ਪਰ ਉਸ ਤੋਂ ਬਾਅਦ ਵੀ ਫਿਰ ਇਸੇ ਤਰੀਕੇ ਨਾਲ ਉਹ ਇਸ ਜਾਲ ਵਿੱਚ ਫਸ ਗਿਆ। ਗੁਰਿੰਦਰ ਸਿੰਘ ਦੇ ਇਸ ਮਾਮਲੇ ਨਾਲ ਹੋਰ ਵੀ ਇਸ ਰੈਕਟ ਦੀਆਂ ਕਈ ਪਰਤਾਂ ਖੁੱਲ੍ਹ ਰਹੀਆਂ ਨੇ ਅਤੇ ਚਰਚਾ ਇਹ ਚੱਲਦੀ ਹੈ ਕਿ 40,000 ਦੇ ਲਾਲਚ ਨਾਲ ਗੁਰਿੰਦਰ ਸਿੰਘ ਦੀ ਇੱਕ ਗਲਤੀ ਨੇ ਉਸ ਦੀ ਜ਼ਿੰਦਗੀ ਦੇ ਕਈ ਅਹਿਮ ਸਾਲ ਖਰਾਬ ਕਰ ਦਿੱਤੇ ਨੇ। ਕੈਨੇਡਾ ਨੇ ਇਸ ਸਾਲ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ। ਹਾਲਾਂਕਿ ਇਹ PNP ਸਪੈਸੀਫਿਕ ਡਰਾਅ ਸੀ, ਪਰ ਇਸ ਤੋਂ ਬਾਅਦ ਉਮੀਦਾਂ ਲੋਕਾਂ ਨੂੰ ਇਹ ਆ ਕਿ ਬਹੁਤ ਜਲਦੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਕੁਝ ਹੋਰ ਡਰਾਅ ਜਿਹੜੇ ਉਹ ਕੱਢੇ ਜਾ ਸਕਦੇ ਆ, ਪਰ ਫਿਲਹਾਲ PNP ਸਪੈਸੀਫਿਕ ਡਰਾਅ ਇਸ ਸਾਲ ਪਹਿਲਾਂ ਕੱਢ ਦਿੱਤਾ ਗਿਆ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2022 ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ, ਪਰ ਇਹ ਐਕਸਪ੍ਰੈਸ ਐਂਟਰੀ ਡਰਾਅ PNP ਸਪੈਸੀਫਿਕ ਕੱਢਿਆ ਗਿਆ। ਜਾਣਕਾਰੀ ਅਨੁਸਾਰ ਇਸ ਐਕਸਪ੍ਰੈਸ ਐਂਟਰੀ ਦਾ ਕੱਟ ਆਫ ਸਕੋਰ 808 ਪੁਆਇੰਟ ਰਿਹਾ ਅਤੇ ਇਸ ਦੌਰਾਨ 392 ਜਾਣਿਆਂ ਨੂੰ PR ਲਈ ਸੱਦਾ ਭੇਜਿਆ ਗਿਆ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਬੀਤੇ ਸਤੰਬਰ ਤੋਂ ਸਿਰਫ PNP ਸਪੈਸੀਫਿਕ ਡਰਾਅ ਹੀ ਕੱਢੇ ਜਾ ਰਹੇ ਨੇ, ਜਦਕਿ ਫੈਡਰਲ ਸਕਿਲਡ ਵਰਕਰ ਡਰਾਅ ਤਾਂ 2020 ਵਿੱਚ ਹੀ ਬੰਦ ਹੋ ਗਿਆ ਸੀ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਵੀ ਜਿਹੜੇ ਸਤੰਬਰ ਤੋਂ ਬਾਅਦ ਨਹੀਂ ਕੱਢੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਾਲੇ ਤੱਕ PNP ਕੈਂਡੀਡੇਟਸ ਉੱਤੇ ਹੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਅਤੇ ਇਸ ਤੋਂ ਜ਼ਿਆਦਾ ਧਿਆਨ ਇਸ ਵਕਤ ਬੈਕਲੌਗ ਨੂੰ ਕਲੀਅਰ ਕਰਨ ਤੇ ਦਿੱਤਾ ਜਾ ਰਿਹਾ, ਕਿਉਂਕਿ ਪਿਛਲੇ ਸਾਲ ਆਈ ਇੱਕ ਰਿਪੋਰਟ ਦੌਰਾਨ ਕੈਨੇਡਾ ਸਰਕਾਰ ਕੋਲ 18 ਲੱਖ ਤੋਂ ਵੱਧ ਫਾਈਲਾਂ ਅਜਿਹੀਆਂ ਪਈਆਂ ਨੇ ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸੇ ਕਰਕੇ ਹੀ ਹਲੇ ਨਵੀਆਂ ਫਾਈਲਾਂ ਨੂੰ ਨਹੀਂ ਲਿਆ ਜਾ ਰਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਵੇਂ ਸਾਲ ਵਿੱਚ ਐਕਸਪ੍ਰੈਸ ਐਂਟਰੀ 'ਚ ਕੁਝ ਸੁਧਾਰ ਵੀ ਕੀਤੇ ਜਾ ਰਹੇ ਨੇ ਅਤੇ ਕੁਝ ਤਕਨੀਕੀ ਪੱਧਰ ਉੱਤੇ ਬਦਲਾਅ ਵੀ ਕੀਤੇ ਜਾ ਰਹੇ ਨੇ ਅਤੇ ਹੋ ਸਕਦਾ ਕਿ ਇਸ ਤੋਂ ਬਾਅਦ ਨਵੇਂ ਸਿਰਿਓਂ ਕੈਲਕੂਲੇਟ ਕਰਕੇ ਇਹ ਡਰਾਅ ਕੱਢਿਆ ਜਾਵੇ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ 2022 ਲਈ 2021 ਨਾਲੋਂ ਜ਼ਿਆਦਾ ਟਾਰਗੇਟ ਰੱਖਿਆ ਹੈ। 2021 ਦਾ 4 ਲੱਖ ਇੱਕ ਟਾਰਗੇਟ ਸੀ ਜਿਸ ਨੂੰ ਕਿ ਸਰਕਾਰ ਨੇ ਪੂਰਾ ਕਰ ਲਿਆ ਅਤੇ ਇਸ ਦੇ ਨਾਲ ਹੀ 2022 ਵਿੱਚ 4,11,000 ਟਾਰਗੇਟ ਰੱਖਿਆ ਗਿਆ ਸੀ, ਜਦਕਿ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਨੂੰ ਲੋੜ ਪਈ ਤਾਂ ਉਹ ਇਸ ਤੋਂ ਵੀ ਵੱਧ ਟਾਰਗੇਟ ਨੂੰ ਵਧਾ ਸਕਦੇ ਨੇ। ਇਸ ਹਫ਼ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਇਹ ਪਤਾ ਲੱਗਿਆ ਕਿ ਇਸ ਵਕਤ 18 ਲੱਖ ਤੋਂ ਵੱਧ ਫਾਈਲਾਂ ਜਿਹੜੀਆਂ ਉਹ ਇਮੀਗ੍ਰੇਸ਼ਨ ਵਿਭਾਗ ਕੋਲ ਪਈਆਂ ਨੇ, ਜਿਨ੍ਹਾਂ ਦਾ ਨਿਪਟਾਰਾ ਹਾਲੇ ਹੋਣਾ ਆ, ਜਿਹਦੇ ਵਿੱਚ PR ਦੀਆਂ ਫਾਈਲਾਂ, ਵਰਕ ਪਰਮਿਟ, ਸਟੱਡੀ ਪਰਮਿਟ ਅਤੇ ਵਿਜ਼ਟਰ ਵੀਜ਼ਾ ਤੱਕ ਜਿਹੜੇ ਉਹ ਸ਼ਾਮਲ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਐਪਲੀਕੇਸ਼ਨਸ ਦਾ ਬੈਕਲੌਗ ਵੱਧਦਾ ਹੀ ਜਾ ਰਿਹਾ ਹੈ ਅਤੇ ਦਸੰਬਰ ਮਹੀਨੇ ਦੀ ਆਈ ਰਿਪੋਰਟ ਦੇ ਹਿਸਾਬ ਨਾਲ ਹੁਣ 18,13,144 ਐਪਲੀਕੇਸ਼ਨਸ ਇਸ ਵਕਤ ਪੈਂਡਿੰਗ ਪਈਆਂ ਨੇ, ਜਦਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ ਆਈ ਰਿਪੋਰਟ ਦੇ ਅਨੁਸਾਰ 17,91,936 ਐਪਲੀਕੇਸ਼ਨਸ ਪੈਂਡਿੰਗ ਪਈਆਂ ਸਨ। ਪਿਛਲੇ 49 ਦਿਨਾਂ ਵਿੱਚ 21,000 ਐਪਲੀਕੇਸ਼ਨਾਂ ਦਾ ਹੋਰ ਇਸ ਲਿਸਟ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਸ ਵਕਤ ਰਿਫਿਊਜੀ, ਸਿਟੀਜ਼ਨਸ਼ਿਪ, ਪਰਮਾਨੈਂਟ ਰੈਜ਼ੀਡੈਂਟ, ਇੰਟਰਨੈਸ਼ਨਲ ਸਟੂਡੈਂਟਸ, ਟੈਂਪਰੇਰੀ ਵਰਕਰ ਅਤੇ ਵਿਜ਼ਟਰ ਵੀਜ਼ਾ ਦੀਆਂ ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ ਅਤੇ ਇਹਨਾਂ ਸਾਰਿਆਂ ਦੀ ਗਿਣਤੀ ਪਾ ਕੇ 18,13,144 ਬਣਦੀ ਹੈ। ਇੱਥੇ ਇਹ ਵੀ ਦੱਸਿਆ ਗਿਆ ਕਿ ਕਿਸ ਕੈਟਾਗਰੀ ਵਿੱਚ ਕਿੰਨੀਆਂ ਐਪਲੀਕੇਸ਼ਨਸ ਬਾਕੀ ਪਈਆਂ ਨੇ, ਜਿਸ ਵਿੱਚ ਇਕਨੋਮਿਕ ਕਲਾਸ ਵਿੱਚ 2,34,770, ਫੈਮਿਲੀ ਕਲਾਸ ਵਿੱਚ 1,05,298, ਮਾਨਵਤਾ ਅਤੇ ਹਮਦਰਦੀ ਦੇ ਆਧਾਰ ਤੇ ਲੱਗੀਆਂ ਐਪਲੀਕੇਸ਼ਨਸ ਵਿੱਚੋਂ 27,520, ਪਰਮਿਟ ਹੋਲਡਰ ਕਲਾਸ ਵਿੱਚ 24 ਅਤੇ ਪ੍ਰੋਟੈਕਟਡ ਪਰਸਨਸ ਵਿੱਚ 1,57,658 ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ, ਜਿਨ੍ਹਾਂ ਦਾ ਟੋਟਲ 5,25,270 ਬਣਦਾ ਹੈ। ਇਹ ਸਾਰੀਆਂ ਐਪਲੀਕੇਸ਼ਨਸ PR ਨਾਲ ਸੰਬੰਧਿਤ ਸਨ ਅਤੇ ਉੱਥੇ ਹੀ ਜੇਕਰ ਟੈਂਪਰੇਰੀ ਰੈਜ਼ੀਡੈਂਟ ਬੈਕਲੌਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ 1,22,476 ਸਟੱਡੀ ਪਰਮਿਟ ਐਕਸਟੈਂਸ਼ਨ 24,461, ਟੈਂਪਰੇਰੀ ਰੈਜ਼ੀਡੈਂਟ ਪਰਮਿਟ 6,726, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ 4,03,752, ਵਿਜ਼ਟਰ ਰਿਕਾਰਡ ਐਕਸਟੈਂਸ਼ਨ ਵਿੱਚ 60,499, ਵਰਕ ਪਰਮਿਟ 78,080 ਅਤੇ ਵਰਕ ਪਰਮਿਟ ਐਕਸਟੈਂਸ਼ਨ ਵਿੱਚ 1,23,880 ਐਪਲੀਕੇਸ਼ਨਸ ਜਿਹੜੀਆਂ ਨੇ ਉਹ ਇਸ ਵਕਤ ਪੈਂਡਿੰਗ ਪਈਆਂ ਨੇ ਅਤੇ ਟੈਂਪਰੇਰੀ ਰੈਜ਼ੀਡੈਂਟ ਬੈਕਲੌਗ ਦਾ ਗ੍ਰੈਂਡ ਟੋਟਲ 8,19,874 ਬਣਦਾ ਹੈ। ਕੈਨੇਡਾ 'ਚ ਸਿਟੀਜ਼ਨਸ਼ਿਪ ਲੈਣ ਵਾਲਿਆਂ ਦੀਆਂ ਐਪਲੀਕੇਸ਼ਨਸ ਵੀ ਵੱਡੇ ਪੱਧਰ ਤੇ ਪੈਂਡਿੰਗ ਪਈਆਂ ਨੇ, ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ। 31 ਅਕਤੂਬਰ ਦੇ ਹਿਸਾਬ ਨਾਲ 4,68,000 ਲੋਕਾਂ ਨੇ ਸਿਟੀਜ਼ਨਸ਼ਿਪ ਲਈ ਐਪਲੀਕੇਸ਼ਨ ਦਿੱਤੀ ਹੋਈ ਹੈ, ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋਇਆ। ਇਸ ਡਾਟਾ ਵਿੱਚ ਇਹ ਵੀ ਸਾਹਮਣੇ ਆਇਆ ਕਿ ਐਕਸਪ੍ਰੈਸ ਐਂਟਰੀ ਅਤੇ ਫੈਮਿਲੀ ਕਲਾਸ ਬੈਕਲੌਗ ਘਟੀ ਹੈ, ਜਦਕਿ ਰਿਫਿਊਜੀ ਬੈਕਲੌਗ ਵਿੱਚ ਵਾਧਾ ਹੋਇਆ। ਅਕਤੂਬਰ ਵਿੱਚ ਐਕਸਪ੍ਰੈਸ ਐਂਟਰੀ ਦੀਆਂ 1,38,000 ਫਾਈਲਾਂ ਪੈਂਡਿੰਗ ਪਈਆਂ ਸਨ, ਜੋ ਕਿ ਦਸੰਬਰ ਵਿੱਚ 1,19,000 ਰਹਿ ਗਈਆਂ ਨੇ। ਫੈਮਿਲੀ ਕਲਾਸ ਦੀਆਂ ਐਪਲੀਕੇਸ਼ਨ ਵਿੱਚ ਵੀ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਹਾਲੇ ਵੀ ਵੱਡੀ ਪੱਧਰ ਦੇ ਵਿੱਚ ਇਹ ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ। ਅਕਤੂਬਰ ਦੇ ਵਿੱਚ ਇਹਨਾਂ ਦੀ ਗਿਣਤੀ 1,11,000 ਸੀ, ਜਦਕਿ ਇਸ ਵਕਤ ਇਸ ਦੀ ਗਿਣਤੀ 1,05,000 ਰਹਿ ਗਈ ਹੈ, ਜਿਸ ਵਿੱਚ ਸਪਾਊਸਲ ਸਪਾਂਸਰਸ਼ਿਪ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਇਸ ਵਕਤ ਇਮੀਗ੍ਰੇਸ਼ਨ ਦੀਆਂ ਫਾਈਲਾਂ ਦਾ ਨਿਪਟਾਰਾ ਜਲਦੀ ਨਾ ਹੋਣ ਕਾਰਨ ਕਾਫੀ ਲੋਕ ਪਰੇਸ਼ਾਨੀ ਵਿੱਚ ਵੀ ਦਿਖਾਈ ਦੇ ਰਹੇ ਨੇ। ਦੂਜੇ ਪਾਸੇ ਜਦੋਂ ਮੈਂਡੇਟ ਲੈਟਰ ਲਿਖਿਆ ਗਿਆ ਸੀ ਤਾਂ ਉਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਇਹ ਬੈਕਲੌਗਸ ਨੂੰ ਜਲਦੀ ਘਟਾਇਆ ਜਾਵੇ ਅਤੇ ਪ੍ਰੋਸੈਸਿੰਗ ਟਾਈਮ ਉੱਤੇ ਕੰਮ ਕੀਤਾ ਜਾਵੇ।
ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਸਤੰਬਰ ਮਹੀਨੇ ਤੋਂ ਬਾਅਦ ਕੋਈ ਵੀ ਐਂਟਰੀ ਦੇ ਡਰਾਅ ਨਹੀਂ ਨਿਕਲੇ ਨੇ। ਇਸ ਦੌਰਾਨ ਸਿਰਫ ਪੀਐਨਪੀ ਸਪੈਸੀਫਿਕ ਡਰਾਅ ਹੀ ਕੱਢੇ ਜਾ ਰਹੇ ਨੇ, ਸਿਰਫ ਇਸੇ ਕਰਕੇ ਤਾਂ ਕਿ ਪਹਿਲਾਂ ਪਿਛਲੀਆਂ ਫਾਈਲਾਂ ਨੂੰ ਕਲੀਅਰ ਕੀਤਾ ਜਾ ਸਕੇ। BC 'ਚ ਇਸ ਹਫ਼ਤੇ ਭਾਰੀ ਬਰਫ਼ਬਾਰੀ ਹੋਈ ਆ। ਇਸ ਵਕਤ ਤੱਕ ਵੀ ਜਿਹੜੀ ਆ BC ਵਿੱਚ ਬਰਫ਼ਬਾਰੀ ਹੋ ਰਹੀ ਆ ਤੇ ਇਸ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਔਰ ਕਈ ਘਰਾਂ 'ਚ ਬਿਜਲੀ ਵੀ ਗਈ ਔਰ ਆਵਾਜਾਈ ਖਾਸ ਤੌਰ ਤੇ ਪ੍ਰਭਾਵਿਤ ਹੋਈ। ਸੋ ਇੱਕ ਰਿਪੋਰਟ ਦੇਖ ਲੈਂਦੇ ਇਸ ਹਫ਼ਤੇ ਦੀ ਕਿ ਕਿਵੇਂ ਬਰਫ਼ਬਾਰੀ ਹੋਈ। ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ਵਿੱਚ ਬੀਤੇ ਦਿਨ ਭਾਰੀ ਬਰਫ਼ਬਾਰੀ ਹੋਈ ਸੀ, ਜਿਸ ਦਾ ਅਸਰ ਹਾਲੇ ਤੱਕ ਵੀ ਦੇਖਣ ਨੂੰ ਮਿਲ ਰਿਹਾ। BC ਹਾਈਡਰੋ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 4000 ਦੇ ਕਰੀਬ ਘਰਾਂ ਤੇ ਬਿਜਲੀ ਹਾਲੇ ਵੀ ਗਈ ਹੋਈ ਹੈ ਅਤੇ ਇਹ ਸਾਰੇ ਘਰ ਵੈਨਕੂਵਰ ਆਈਲੈਂਡ ਤੇ ਮੌਜੂਦ ਹਨ। ਜਾਣਕਾਰੀ ਅਨੁਸਾਰ 3600 ਤੋਂ ਵੱਧ ਲੋਕਾਂ ਦੇ ਘਰ ਦੀ ਬਿਜਲੀ ਨਾਰਥ ਆਈਲੈਂਡ ਅਤੇ 600 ਦੇ ਕਰੀਬ ਘਰਾਂ ਦੀ ਬਿਜਲੀ ਸਾਊਥ ਆਈਲੈਂਡ ਦੇ ਵਿੱਚ ਹਾਲੇ ਤੱਕ ਗਈ ਹੋਈ ਹੈ। ਉੱਧਰ এনवायरमेंट ਕੈਨੇਡਾ ਵੱਲੋਂ ਇੱਕ ਨਵੀਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਜਿਸ ਕਾਰਨ ਹੋਰ ਵੀ ਘਰਾਂ ਦੀ ਬਿਜਲੀ ਜਾ ਸਕਦੀ ਹੈ। এনवायरमेंट ਕੈਨੇਡਾ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ 7 ਜਨਵਰੀ ਦੀ ਸ਼ਾਮ ਭਾਵ ਕਿ ਸ਼ੁੱਕਰਵਾਰ ਸ਼ਾਮ ਨੂੰ ਵੈਨਕੂਵਰ ਆਈਲੈਂਡ ਅਤੇ ਲੋਅਰ ਮੈਨਲੈਂਡ ਦੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ, ਜਿਸ ਕਾਰਨ ਹੋਰ ਵੀ ਘਰਾਂ ਦੀ ਬਿਜਲੀ ਜਾ ਸਕਦੀ ਹੈ। এনवायरमेंट ਕੈਨੇਡਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 70 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ੀ ਨਾਲ ਹਵਾਵਾਂ ਚੱਲ ਸਕਦੀਆਂ ਨੇ ਅਤੇ ਸਭ ਤੋਂ ਵੱਧ ਇਹ ਹਵਾਵਾਂ ਮੈਟਰੋ ਵੈਨਕੂਵਰ ਦੇ ਇਲਾਕੇ ਸਟੇਟ ਆਫ ਜਾਰਜੀਆ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਉਧਰ ਸਕੋਮਿਸ਼ ਵਿੱਚ ਵੀ 1600 ਘਰਾਂ ਦੀ ਬਿਜਲੀ ਗਈ ਹੋਈ ਹੈ, ਜਿਸ ਨੂੰ ਲੈ ਕੇ BC ਹਾਈਡਰੋ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਰਕੇ ਆਮ ਜਨ ਜੀਵਨ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਬੀਤੇ ਦਿਨ ਇਸ ਕਰਕੇ ਐਲੈਕਸ ਫਰੇਜ਼ਰ ਵੀ ਬੰਦ ਕਰ ਦਿੱਤਾ ਗਿਆ ਸੀ। ਉੱਥੇ ਵੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਕਟੋਰੀਆ 에ਅਰਪੋਰਟ ਤੇ 30 ਸੈਂਟੀਮੀਟਰ ਬਰਫ਼ ਪੈਣ ਤੋਂ ਬਾਅਦ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ, ਜਦਕਿ BC ਸਰਕਾਰ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਤੇ ਜ਼ਰੂਰੀ ਕੰਮ ਨਹੀਂ ਤਾਂ ਲੋਕ ਘਰਾਂ 'ਚ ਹੀ ਰਹਿਣ। ਸਨਵਿੰਗ 에ਅਰਲਾਈਨਸ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਜਿਹਦੇ ਵਿੱਚ ਕਿ 27 ਲੋਕ ਮੈਕਸੀਕੋ ਤੋਂ ਪਰਤੇ ਸੀ, ਕਿਉਂਕਿ ਇਹ ਫਲਾਈਟ ਜਿਹੜੀ ਸੀ ਇਹ ਮੌਂਟਰੀਅਲ ਤੋਂ ਮੈਕਸੀਕੋ ਗਈ ਸੀ ਪਾਰਟੀ ਕਰਨ, ਪਰ ਉਸ ਤੋਂ ਬਾਅਦ ਇਹ ਜਿਹੜੇ 130 ਬੰਦੇ ਸੀ ਇਸ ਫਲਾਈਟ ਦੇ ਵਿੱਚ ਉਹਨਾਂ ਨੂੰ ਵਾਪਸ ਆਉਣ ਤੋਂ ਰੋਕ ਦਿੱਤਾ ਗਿਆ। ਸਨਵਿੰਗ 에ਅਰਲਾਈਨ ਨੇ ਵੀ ਇਹਨਾਂ ਦੀ ਫਲਾਈਟ ਕੈਂਸਲ ਕਰ ਦਿੱਤੀ, 에ਅਰ ਕੈਨੇਡਾ ਨੇ ਵੀ ਇਹਨਾਂ ਨੂੰ ਚੜਾਉਣ ਤੋਂ ਨਾ ਕਰ ਦਿੱਤੀ ਤੇ ਇੱਕ ਹੋਰ ਫਲਾਈਟ ਤੇ ਵੀ ਨਾ ਕਰ ਦਿੱਤੀ। ਖੈਰ ਹੁਣ ਇਹਨਾਂ ਚੋਂ 27 ਲੋਕ ਜਿਹੜੇ ਕਿਸੇ ਤਰੀਕੇ ਨਾਲ ਕੈਨੇਡਾ ਪਹੁੰਚ ਚੁੱਕੇ ਨੇ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸਨਵਿੰਗ 에ਅਰਲਾਈਨਸ ਦੀ ਫਲਾਈਟ ਵਿੱਚ ਜਸ਼ਨ ਮਨਾਉਣ ਵਾਲੇ ਲੋਕਾਂ ਉੱਤੇ ਸ਼ਿਕੰਜਾ ਹੋਰ ਵੀ ਕੱਸਿਆ ਜਾ ਰਿਹਾ ਹੈ। ਇਸ 에ਅਰਲਾਈਨਸ ਵਿੱਚ 130 ਲੋਕ ਸਨ ਜੋ ਮੌਂਟਰੀਅਲ ਤੋਂ ਕਿਊਬਕ ਗਏ ਸਨ ਅਤੇ ਅੱਜ ਕੈਨੇਡਾ ਦੇ ਸਿਹਤ ਮੰਤਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹਨਾਂ 130 ਵਿੱਚੋਂ 27 ਕੈਨੇਡਾ ਪਰਤ ਆਏ ਨੇ, ਜਿਨ੍ਹਾਂ ਨੂੰ 에ਅਰਪੋਰਟ ਉੱਤੇ ਆਉਂਦਿਆਂ ਹੀ ਰੋਕ ਲਿਆ ਗਿਆ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਟੈਸਟ ਵੀ ਕੀਤੇ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਟਰਾਂਸਪੋਰਟ ਕੈਨੇਡਾ ਵੱਲੋਂ ਇਸ ਸੰਬੰਧੀ ਜਾਂਚ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਸਥਾਨਕ ਨਿਯਮਾਂ ਦੇ ਮੁਤਾਬਕ ਇਹਨਾਂ ਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਉੱਥੇ ਹੀ ਕੈਨੇਡਾ ਦੇ ਸਿਹਤ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਇਹਨਾਂ ਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਫੇਸ ਕਰਨਾ ਪੈ ਸਕਦਾ ਹੈ। ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਹੋਰਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਦੇ ਨਾਲ-ਨਾਲ ਇਹਨਾਂ ਲੋਕਾਂ ਦੀ ਆਪਣੀ ਜ਼ਿੰਦਗੀ ਵਿੱਚ ਵੀ ਇਸ ਵਕਤ ਕਾਫੀ ਕੁਝ ਹੋ ਰਿਹਾ ਹੈ। ਇਹਨਾਂ ਵਿੱਚੋਂ 2 ਲੋਕਾਂ ਦੀ ਨੌਕਰੀ ਵੀ ਚਲ ਗਈ ਹੈ। ਇਹਨਾਂ ਦੀਆਂ ਵੀਡੀਓਜ਼ ਬਾਹਰ ਆਉਣ ਤੋਂ ਬਾਅਦ ਉਹਨਾਂ ਦੀਆਂ ਸੰਬੰਧਿਤ ਕੰਪਨੀਆਂ ਵੱਲੋਂ ਉਹਨਾਂ ਨੂੰ ਨੌਕਰੀ ਉੱਤੋਂ ਕੱਢ ਦਿੱਤਾ ਗਿਆ, ਜਿਸ ਵਿੱਚ ਇੱਕ ਰੀਅਲ estate ਏਜੰਟ ਵੀ ਮੌਜੂਦ ਹੈ, ਜਿਸ ਨੂੰ ਉਸ ਦੀ ਕੰਪਨੀ ਵੱਲੋਂ ਸਸਪੈਂਡ ਕੀਤਾ ਗਿਆ ਅਤੇ ਆਪਣੇ ਜਾਰੀ ਕੀਤੇ ਬਿਆਨ ਵਿੱਚ ਉਸ ਕੰਪਨੀ ਨੇ ਕਿਹਾ ਕਿ ਹੁਣ ਉਸ ਨੂੰ ਦੁਬਾਰਾ ਬਹਾਲ ਕਰਨ ਦੀ ਕੋਈ ਵੀ ਉਮੀਦ ਨਹੀਂ ਹੈ। ਉੱਥੇ ਹੀ ਫਾਈਨੈਂਸ਼ੀਅਲ ਮਾਰਕੀਟ ਅਥਾਰਟੀ ਦਾ AMF ਵੱਲੋਂ ਆਪਣੀ ਇੱਕ ਮਹਿਲਾ ਕਰਮਚਾਰੀ ਨੂੰ ਵੀ ਕੰਮ ਤੋਂ ਕੱਢ ਦਿੱਤਾ ਗਿਆ, ਜਿਸ ਦੀ ਵੀਡੀਓ ਇਸ ਫਲਾਈਟ ਵਿੱਚੋਂ ਵਾਇਰਲ ਹੋਈ ਸੀ। ਫਿਲਹਾਲ ਜੋ 27 ਲੋਕ ਪਰਤ ਆਏ ਨੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ PCR ਟੈਸਟ ਵੀ ਕਰਵਾਏ ਜਾ ਰਹੇ ਨੇ ਤੇ ਉਹਨਾਂ ਉੱਤੇ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਇਸੇ ਤਰੀਕੇ ਨਾਲ ਹੀ ਹੋਰ ਵੀ ਇਹਨਾਂ ਚੋਂ ਜਿਹੜੇ ਲੋਕ ਵਾਪਸ ਪਰਤਣਗੇ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਹੀ ਟ੍ਰੀਟ ਕੀਤਾ ਜਾਵੇਗਾ। ਫਿਲਹਾਲ 27 ਪਰਤੇ ਨੇ ਅਤੇ 103 ਹਾਲੇ ਵੀ ਕੈਨੇਡਾ ਤੋਂ ਬਾਹਰ ਨੇ, ਜੋ ਮੌਂਟਰੀਅਲ ਤੋਂ ਮੈਕਸੀਕੋ ਪਾਰਟੀ ਕਰਨ ਗਏ ਸਨ। ਉਧਰ ਅੰਟਾਰੀਓ ਵਿੱਚ ਇੱਕ ਵਾਰੀ ਫੇਰ ਹਸਪਤਾਲਾਂ 'ਚ ਦਾਖਲ ਲੋਕਾਂ ਦੇ ਰਿਕਾਰਡ ਟੁੱਟੇ ਨੇ, ਕਿਉਂਕਿ 2400 ਤੋਂ ਵੱਧ ਲੋਕ ਇਸ ਵਕਤ ਕਰੋਨਾ ਵਾਇਰਸ ਨਾਲ ਪੀੜਤ ਨੇ ਅਤੇ ਉਹ ਹਸਪਤਾਲਾਂ 'ਚ ਦਾਖਲ ਨੇ। ਹਾਲਾਂਕਿ ਐਕਟਿਵ ਕੇਸਾਂ ਦੀ ਗਿਣਤੀ 1 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਹੈ, ਪਰ ਇਹ 2400 ਲੋਕ ਜਿਹੜੇ ਇਸ ਵਕਤ ਹਸਪਤਾਲ 'ਚ ਆ, ਜਿਨ੍ਹਾਂ ਦੀ ਹਾਲਤ ਗੰਭੀਰ ਆ।
ਅੰਟਾਰੀਓ 'ਚ ਇਸ ਵਕਤ ਟੈਸਟਿੰਗ ਗਾਈਡਲਾਈਨਸ ਜਿਹੜੀਆਂ ਉਹ ਬਦਲ ਦਿੱਤੀਆਂ ਗਈਆਂ ਨੇ, ਪਰ ਇਹਦੇ ਬਾਵਜੂਦ ਵੀ 10-11 ਹਜ਼ਾਰ ਦੇ ਏੜ-ਗੇੜ ਮਾਮਲੇ ਸਾਹਮਣੇ ਆ ਰਹੇ ਨੇ। ਕੈਨੇਡਾ ਦੇ ਸੂਬੇ ਅੰਟਾਰੀਓ ਵਿੱਚ ਬੀਤੇ 24 ਘੰਟਿਆਂ ਦੌਰਾਨ 11,899 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਦਕਿ ਬੀਤੇ 24 ਘੰਟਿਆਂ ਦੌਰਾਨ 43 ਹੋਰ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ 11,899 ਮਾਮਲੇ ਰਿਪੋਰਟ ਕੀਤੇ ਗਏ ਨੇ, ਪਰ ਅਸਲ ਗਿਣਤੀ ਇਸ ਤੋਂ ਵੀ ਉੱਪਰ ਹੋ ਸਕਦੀ ਹੈ ਕਿਉਂਕਿ ਟੈਸਟਿੰਗ ਗਾਈਡਲਾਈਨਸ ਦੇ ਵਿੱਚ ਕਾਫੀ ਚੇਂਜਸ ਕੀਤੀਆਂ ਗਈਆਂ ਨੇ। ਪਿਛਲੇ ਇੱਕ ਹਫ਼ਤੇ ਦੌਰਾਨ ਅੰਟਾਰੀਓ ਵਿੱਚ 121 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਇੱਥੇ ਕੁੱਲ ਮਿਲਾ ਕੇ ਸ਼ੁਰੂ ਤੋਂ ਲੈ ਕੇ 10,315 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਅੰਟਾਰੀਓ ਦੀ ਸਿਹਤ ਮੰਤਰੀ ਵੱਲੋਂ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਹੁਣ ਅੰਟਾਰੀਓ ਵਿੱਚ 2472 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਸ ਵਿੱਚੋਂ 338 ICU ਵਿੱਚ ਦਾਖਲ ਨੇ। ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਨੇ ਵੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਅਪ੍ਰੈਲ 2021 ਨੂੰ ਰਿਕਾਰਡ ਬਣਿਆ ਸੀ ਜਦੋਂ 2360 ਲੋਕ ਹਸਪਤਾਲ ਵਿੱਚ ਦਾਖਲ ਹੋਏ ਸਨ ਅਤੇ ਉਸ ਤੋਂ ਬਾਅਦ ਹੁਣੇ ਮੌਕਾ ਹੈ ਜਦੋਂ ਸਭ ਤੋਂ ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਦੀ ਗਿਣਤੀ 2472 ਦੱਸੀ ਜਾ ਰਹੀ ਹੈ। ਜਿਹੜੇ 2472 ਲੋਕ ਹਸਪਤਾਲ ਵਿੱਚ ਦਾਖਲ ਨੇ ਉਹਨਾਂ ਵਿੱਚੋਂ 1327 ਫੁੱਲੀ ਵੈਕਸੀਨੇਟਡ ਨੇ। ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ 11,899 ਮਾਮਲੇ ਸਾਹਮਣੇ ਆਏ ਨੇ ਉਹਨਾਂ ਵਿੱਚੋਂ ਵੀ 9515 ਲੋਕ ਫੁੱਲੀ ਵੈਕਸੀਨੇਟ ਨੇ, ਜਦਕਿ ਉਹਨਾਂ ਵਿੱਚੋਂ 1543 ਲੋਕ ਅਨਵੈਕਸੀਨੇਟਡ ਨੇ, ਜਦਕਿ 375 ਲੋਕ ਉਹ ਨੇ ਜਿਨ੍ਹਾਂ ਨੇ ਸਿਰਫ ਇੱਕ ਟੀਕਾ ਹੀ ਲਵਾਇਆ ਸੀ। ਜਾਣਕਾਰੀ ਅਨੁਸਾਰ ਅੰਟਾਰੀਓ ਵਿੱਚ ਹੁਣ ਤੱਕ 87% ਲੋਕ ਇੱਕ ਟੀਕਾ ਲਵਾ ਚੁੱਕੇ ਨੇ, ਜਦਕਿ 81% ਐਲੀਜੀਬਲ ਲੋਕ ਫੁੱਲੀ ਵੈਕਸੀਨੇਟਡ ਨੇ, ਜਦਕਿ 31% ਲੋਕ ਬੂਸਟਰ ਸ਼ਾਟ ਲਵਾ ਚੁੱਕੇ ਨੇ। ਸੋ ਇੱਕ ਵਾਰੀ ਫੇਰ ਨਜ਼ਰ ਮਾਰਦੇ ਹਾਂ ਇਸ ਹਫ਼ਤੇ ਦੀਆਂ ਚੋਣਵੀਆਂ ਖਬਰਾਂ ਤੇ। ਅੰਟਾਰੀਓ 'ਚ ਹੋਇਆ ਪਾਬੰਦੀਆਂ ਦਾ ਐਲਾਨ, ਵਧੇ ਕਰੋਨਾ ਵਾਇਰਸ ਦੇ ਮਾਮਲੇ। ਹਥਿਆਰਾਂ ਦੇ ਮਾਮਲੇ ਵਿੱਚ 17 ਪੰਜਾਬੀ ਚਾਰਜ, 8 ਹਥਿਆਰ ਵੀ ਕੀਤੇ ਬਰਾਮਦ। ਸਨਵਿੰਗ 에ਅਰਲਾਈਨਸ ਦਾ ਮਾਮਲਾ ਰਿਹਾ ਚਰਚਾ ਵਿੱਚ, ਪਰਤੇ 27 ਲੋਕਾਂ ਨੂੰ ਰੋਕਿਆ ਏਅਰਪੋਰਟ ਤੇ। ਇਮੀਗ੍ਰੇਸ਼ਨ ਵਿਭਾਗ ਦਾ ਖੁਲਾਸਾ, 18 ਲੱਖ ਤੋਂ ਵੱਧ ਫਾਈਲਾਂ ਦਾ ਬੈਕਲੌਗ। ਅਤੇ ਸਰੀ 'ਚ ਹੋਈ ਭਾਰੀ ਬਰਫ਼ਬਾਰੀ, BC ਦੇ ਹੋਰ ਇਲਾਕਿਆਂ ਵਿੱਚ ਵੀ ਵਿਗੜਿਆ ਮੌਸਮ। ਸੋ ਇਹ ਸੀ ਇਸ ਹਫ਼ਤੇ ਦੀਆਂ ਖਾਸ ਤੇ ਚੋਣਵੀਆਂ ਖਬਰਾਂ। ਸੋ ਇਸੇ ਤਰੀਕੇ ਨਾਲ ਅਸੀਂ ਤੁਹਾਡੇ ਅੱਗੇ ਖਾਸ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।